ਇਸ ਵੀਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਇਸ ਵੀਡੀਓ ਰਾਹੀਂ ਅਸੀਂ 18 ਅਕਤੂਬਰ ਦੇ ਪੰਜਾਬ ਅਚੀਵਮੈਂਟ ਸਰਵੇ ਦੇ ਜਮਾਤ 8ਵੀਂ ਦੇ ਵੀਕਲੀ ਰਿਵੀਜ਼ਨ ਕੁਇਜ਼ ਨੂੰ ਹੱਲ ਕਰਨ ਜਾ ਰਹੇ ਹਾਂ। ਆਓ ਹੱਲ ਕਰੀਏ। ਪ੍ਰਸ਼ਨ ਪਹਿਲਾ, ਇੱਕ ਬਕਸੇ ਵਿੱਚ 1 ਤੋਂ 10 ਨੰਬਰ ਤੱਕ ਦੀਆਂ ਸਲਿੱਪਾਂ ਹਨ। ਬਕਸੇ ਵਿਚਲੀਆਂ ਸਲਿੱਪਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇਸ ਵਿੱਚੋਂ ਇੱਕ ਸਲਿੱਪ ਬਾਹਰ ਕੱਢੀ ਜਾਂਦੀ ਹੈ। ਕੀ ਸੰਭਾਵਨਾ ਹੈ ਕਿ ਇਹ ਇੱਕ ਜਿਸਤ ਸੰਖਿਆ ਵਾਲੀ ਸਲਿੱਪ ਹੋਵੇਗੀ? 3/10, 5/10, 6/10 ਜਾਂ 1/10? ਸੋ ਇਸ ਦਾ ਉੱਤਰ ਹੈ 5/10। ਅਗਲਾ ਕੁਇਜ਼, ਦਿੱਤੇ ਪਾਈ ਚਾਰਟ ਨੂੰ ਵੇਖੋ ਅਤੇ ਦੱਸੋ ਕਿਸ ਵਿਅਕਤੀ ਕੋਲ 1/5 ਵੋਟਾਂ ਹਨ। ਸੋ ਇਹਦੇ ਵਿੱਚ ਪ੍ਰਤੀਸ਼ਤ ਵਿੱਚ ਦਿੱਤੀਆਂ ਹੋਈਆਂ ਨੇ। ਸੋ 1/5 ਜਿਹੜਾ ਹੈ ਉਹ ਕਿੰਨਾ ਪ੍ਰਤੀਸ਼ਤ ਬਣਦਾ ਹੈ, ਇਹ ਸੋਚ ਕੇ ਉੱਤਰ ਕੱਢਿਆ ਜਾ ਸਕਦਾ ਹੈ। ਸੋ ਉੱਤਰ ਇਹਦਾ ਰਿੰਗੋ, ਜਾਰਜ, ਪੌਲ ਔਰ ਜੌਨ। ਰਿੰਗੋ। ਸੋ ਪ੍ਰਸ਼ਨ ਤੀਸਰਾ, 3/5 divided by 5/3 is equal to 3/5 multiply। ਸੋ ਇਹ ਪ੍ਰਸ਼ਨ ਸੀਗਾ। ਸੋ ਇਹਦਾ ਉੱਤਰ ਤੁਸੀਂ ਹੱਲ ਕਰਕੇ ਇਸ ਨੂੰ ਵੀਡੀਓ ਨੂੰ ਪੌਜ਼ ਕਰਕੇ ਕੱਢ ਸਕਦੇ ਹੋ। ਸੋ ਇਹਦਾ ਉੱਤਰ ਸੀਗਾ 6/10। ਅੱਗੇ ਚੌਥਾ ਪ੍ਰਸ਼ਨ ਵੀ ਇੱਕ ਸਵਾਲ ਹੈ। ਇਸ ਨੂੰ ਵੀ ਤੁਸੀਂ ਪਹਿਲਾਂ ਕਾਪੀ 'ਤੇ ਹੱਲ ਕਰਨ ਤੋਂ ਬਾਅਦ ਇਸ ਦੀਆਂ ਦਿੱਤੀਆਂ ਹੋਈਆਂ ਆਪਸ਼ਨਾਂ ਵਿੱਚੋਂ ਚੁਣ ਸਕਦੇ ਹੋ। ਇਸ ਦਾ ਉੱਤਰ ਕੀ ਹੋਏਗਾ? ਸੋ ਉੱਤਰ 1/5, 1/20, 4/5 ਜਾਂ 1/25। ਸੋ ਇਸ ਦਾ ਉੱਤਰ ਹੈ 1/5। ਅਗਲੇ ਕੁਇਜ਼ ਤੇ ਚੱਲਦੇ ਹਾਂ। ਇੱਕ ਕ੍ਰਿਕਟ ਮੈਚ ਵਿੱਚ ਇਹ ਪਤਾ ਕਰਨ ਲਈ ਕਿ ਕੌਣ ਪਹਿਲਾਂ ਖੇਡੇਗਾ ਸਿੱਕਾ ਉਛਾਲਿਆ ਜਾਂਦਾ ਹੈ। ਤੁਹਾਡੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ, ਇਸ ਦੀ ਕੀ ਸੰਭਾਵਨਾ ਹੈ? ਸੋ ਪ੍ਰੋਬੇਬਿਲਿਟੀ ਕੱਢਣੀ ਹੈ ਇਹਦੇ ਵਿੱਚ। ਸੋ ਕੁੱਲ ਸੰਭਾਵਨਾਵਾਂ ਥੱਲੇ ਆਉਣਗੀਆਂ, ਸੰਭਾਵਿਤ ਸੰਭਾਵਨਾਵਾਂ ਉੱਪਰ, ਉਸ ਨਾਲ ਤੁਸੀਂ ਕੱਢ ਸਕਦੇ ਹੋ। ਇੱਕ ਬਟਾ 2। ਉੱਤਰ ਹੈ ਇਹਦਾ 1/2। ਸੋ 6ਵਾਂ ਪ੍ਰਸ਼ਨ, ਕਮਰੇ ਦੇ ਤਾਪਮਾਨ 'ਤੇ ਕਿਹੜੀ ਧਾਤ ਦਰਵ ਰੂਪ ਵਿੱਚ ਮਿਲਦੀ ਹੈ ਜੋ ਥਰਮਾਮੀਟਰ ਵਿੱਚ ਭਰੀ ਜਾਂਦੀ ਹੈ? ਪਾਰਾ, ਤਾਂਬਾ, ਫਾਸਫੋਰਸ ਜਾਂ ਸੋਡੀਅਮ? ਸੋ ਇਹਦਾ ਉੱਤਰ ਵਿਚਾਰੀਏ। ਸੋ ਇਸ ਦਾ ਉੱਤਰ ਹੈ ਪਾਰਾ, ਮਰਕਰੀ। ਅਗਲਾ ਕੁਇਜ਼, ਵਿਗਿਆਨ ਦੀ ਜਮਾਤ ਵਿੱਚ ਅਧਿਆਪਕ ਨੇ ਬੈਟਰੀ, ਬਲਬ, ਤਾਰਾਂ, ਕੁੰਜੀ ਦੀ ਵਰਤੋਂ ਕਰਕੇ ਬਿਜਲੀ ਸਰਕਟ ਤਿਆਰ ਕੀਤਾ ਅਤੇ ਦੇਖਿਆ ਕਿ ਬਲਬ ਨਹੀਂ ਜਗਿਆ। ਬਲਬ ਨਾ ਜਗਣ ਦੇ ਕੀ ਸੰਭਵ ਕਾਰਨ ਹੋ ਸਕਦੇ ਹਨ? ਤਾਰਾਂ ਦੇ ਜੋੜ ਢਿੱਲੇ ਹਨ, ਬਲਬ ਫਿਊਜ਼ ਹੋਵੇਗਾ, ਸੈੱਲ ਕੰਮ ਨਹੀਂ ਕਰ ਰਹੇ ਜਾਂ ਸਾਰੇ? ਸੋ ਇਸ ਦਾ ਉੱਤਰ ਹੈ ਉਪਰੋਕਤ ਸਾਰੇ। ਅਗਲਾ ਪ੍ਰਸ਼ਨ, ਰਵਿੰਦਰ ਨੇ ਲੋਹੇ ਦੀ ਕਿੱਲ ਨੂੰ ਕਾਪਰ ਸਲਫੇਟ ਦੇ ਨੀਲੇ ਘੋਲ ਵਿੱਚ ਰੱਖਿਆ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਕਾਪਰ ਸਲਫੇਟ ਦੇ ਨੀਲੇ ਘੋਲ ਵਿੱਚ ਕੀ ਪਰਿਵਰਤਨ ਹੋਵੇਗਾ? ਨੀਲਾ ਰੰਗ ਗੁਲਾਬੀ ਹੋ ਜਾਵੇਗਾ, ਨੀਲਾ ਰੰਗ ਹਰਾ ਹੋ ਜਾਵੇਗਾ, ਨੀਲਾ ਰੰਗ ਕਾਲਾ ਹੋ ਜਾਵੇਗਾ ਜਾਂ ਕੁਝ ਵੀ ਨਹੀਂ ਹੋਵੇਗਾ? ਸੋ ਇਸ ਦਾ ਉੱਤਰ ਹੈ ਨੀਲਾ ਰੰਗ ਹਰਾ ਹੋ ਜਾਵੇਗਾ। ਹਰਮਨ ਦੇ ਮਾਤਾ ਜੀ ਅੱਜ ਘਰ ਵਿੱਚ ਡੋਸਾ ਬਣਾਉਣ ਦੀ ਤਿਆਰੀ ਕਰ ਰਹੇ ਸਨ। ਉਹ ਜਿਸ ਤਵੇ ਦੀ ਵਰਤੋਂ ਕਰ ਰਹੇ ਸਨ ਉਸ ਵਿੱਚ ਭੋਜਨ ਚਿਪਕ ਨਹੀਂ ਰਿਹਾ ਸੀ। ਤਵੇ ਉੱਤੇ ਭੋਜਨ ਨਾ ਚਿਪਕਣ ਦੇ ਲਈ ਡੈਸ਼ ਵਰਤੋਂ ਕੀਤੀ ਜਾਂਦੀ ਹੈ। ਸਟੀਲ, ਲੋਹਾ, ਟੈਫਲੌਨ ਜਾਂ ਪਲਾਸਟਿਕ?
ਇਸ ਦੇ ਲਈ ਟੈਫਲੌਨ ਦੀ ਵਰਤੋਂ ਕੀਤੀ ਜਾਂਦੀ ਹੈ। ਸੂਰਜ ਧਰਤੀ ਤੋਂ ਪੂਰਬ ਤੋਂ ਪੱਛਮ ਵੱਲ ਜਾਂਦਾ ਪ੍ਰਤੀਤ ਹੁੰਦਾ ਹੈ। ਇਸ ਦਾ ਅਰਥ ਹੈ ਕਿ ਧਰਤੀ ਡੈਸ਼ ਘੁੰਮਦੀ ਹੈ। ਪੂਰਬ ਤੋਂ ਪੱਛਮ ਵੱਲ, ਪੱਛਮ ਤੋਂ ਪੂਰਬ ਵੱਲ, ਉੱਤਰ ਤੋਂ ਦੱਖਣ ਵੱਲ ਜਾਂ ਪੱਛਮ ਤੋਂ ਉੱਤਰ ਵੱਲ। ਸੋ ਕੀ ਉੱਤਰ ਹੋ ਸਕਦਾ ਹੈ ਇਸ ਦਾ? ਪੱਛਮ ਤੋਂ ਪੂਰਬ ਵੱਲ। ਅਗਲਾ ਕੁਇਜ਼, ਉਹ ਪੈਰਾਗ੍ਰਾਫ ਹੈ, ਇਸ ਨੂੰ ਪਹਿਲਾਂ ਪੜ੍ਹਦੇ ਹਾਂ, ਫਿਰ ਇਸ ਦੇ ਆਧਾਰ 'ਤੇ ਅੱਗੇ 5 ਪ੍ਰਸ਼ਨ ਪੁੱਛੇ ਜਾਣਗੇ, ਫਿਰ ਉਹਨਾਂ ਦੇ ਉੱਤਰ ਦੇਣੇ ਨੇ। So read the passage carefully and answer the question that follows. Nepal is a small mountainous country tucked between India and China. 24 different languages are spoken and people eat 2 meals of rice and lentils every day. Nepalese holidays, many of which are related to Hindu religion at time, seem to be bizarre, meaning unfamiliar with culture. The biggest holiday in Nepal is Dashain, a 10-day festival for the Hindu goddess Durga that takes place in September or October. According to Hindu belief, Durga defeated the evil demon of the world. To thank the goddess, people visit temple in her honor and sacrifice goats or sheep as offering. Throughout the year, most Nepalis do not eat much meat because it is expensive. But Dashain is a time to enjoy meat every day. Children fly colorful homemade kites during Dashain. People also construct enormous bamboo swing on street corner and in parks. Every evening, people gather at these swings and take turns swinging. Nepalis say that by swimming, people can relieve the earth of their weight, if only for a few minutes out of the year. Dashain is a time for people to eat good food, relax, and enjoy themselves. Aside from eating and enjoying themselves during Dashain, people also receive blessing from their elders. Reuniting with family reminds people the importance. ਸੋ ਇਹ ਸਾਰਾ ਪੜ੍ਹਨ ਤੋਂ ਬਾਅਦ ਪੈਰਾ ਤੁਸੀਂ ਕੁਐਸਚਨ ਆਨਸਰ ਵੱਲ ਜਾ ਸਕਦੇ ਹੋ। ਸੋ ਪਹਿਲਾ ਕੁਐਸਚਨ, what does Nepalese meal include? Rice and vegetables, rice and dal, chapatis and pulses, chapatis and fresh vegetables. The answer is rice and dal. Now the next question is, for how many days is the festival Dashain celebrated? 7, 8, 9 or 10? The answer is 10. Now the next quiz. What does people offer in honor of goddess Durga? Wolf, goat, deer, buffalo. The answer would be goat. The answer is goat. Next question. The colorful kites and bamboo swings are both example of people's way to relax and enjoy themselves during the shine. Things people honor and reflect on during the shine, offering to the goddess Durga, people's way of reuniting with family during the shine. So there are 4 options. You have to choose among these options. The answer is things people honor and reflect on during the shine. Where do people construct bamboo swings during the shine? Temples, street corners, parks, both B and C. What would be the answer of this? Let's think.
The answer of this question is both B and C. अब चलते हैं हिंदी के प्रश्नों की ओर। निम्नलिखित शब्दों में से कौन सा शब्द हाथ का पर्यायवाची शब्द है? कार, कर, कर्म और कार्य। सो हाथ का पर्यायवाची है कर। अगले क्यूज की ओर चलते हैं। वर्तनी के अनुसार शुद्ध शब्द चुनो। इन चारों में से रुस्तमे हिंद, रुस्तमे हिंद, रुस्तमे हिंद, रुस्तमे हिंद। इसका उत्तर आप देख पा रहे हैं। निम्नलिखित विकल्प में से पंजाबी शब्द नजर के लिए सही हिंदी शब्द चुनें। इन चार ऑप्शंस में से सही शब्द चुनना है। इसमें सही है पहली ऑप्शन, दृष्टि। प्रार्थना पत्र लिखते समय प्रधानाचार्य को संबोधन करने के लिए निम्नलिखित शब्दों में से उचित शब्द चुनो। महोदय, महोदयाय, श्रीमान जी, माननीय। इनमें से भी देखते हैं कौन सा शब्द हो सकता है। माननीय। सो अगले प्रश्न की ओर चलते हैं। जय शब्द किन दो वर्णों के मेल से बना है? क प्लस छ, ग प्लस य, ज प्लस अंग, ज प्लस य। इस शब्द का सही उच्चारण है ज प्लस य, ज। ਤੁਹਾਡੇ ਮੁਹੱਲੇ ਵਿੱਚ ਗੰਦੇ ਪਾਣੀ ਦੇ ਪ੍ਰਬੰਧ ਸੁਧਾਰਨ ਲਈ ਕਿਸ ਨੂੰ ਪੱਤਰ ਲਿਖੋਗੇ? ਮੁੱਖ ਅਧਿਆਪਕ ਨੂੰ, BDPO ਨੂੰ, ਸਰਪੰਚ ਨੂੰ ਜਾਂ ਸਿਹਤ ਵਿਭਾਗ ਨੂੰ? ਸੋ ਆਓ ਉੱਤਰ ਵਿਚਾਰੀਏ ਇਹਦਾ। ਮੁਹੱਲੇ ਦੇ ਗੰਦੇ ਪਾਣੀ ਦੇ ਪ੍ਰਬੰਧ ਲਈ ਕਿਸ ਨੂੰ ਪੱਤਰ ਲਿਖਿਆ ਜਾਏਗਾ? ਸਰਪੰਚ ਨੂੰ। ਇਹ ਪੱਤਰ ਸਰਪੰਚ ਨੂੰ ਲਿਖਿਆ ਜਾਏਗਾ। ਸੋ ਅਗਲਾ ਪ੍ਰਸ਼ਨ, ਸ਼ਰੀਕ ਸ਼ਬਦ ਤੋਂ ਕੀ ਭਾਵ ਹੈ? ਬਰਾਬਰ ਦਾ ਹੱਕ ਰੱਖਣ ਵਾਲਾ, ਦੁਸ਼ਮਣ, ਦੋਸਤ ਜਾਂ ਰਿਸ਼ਤੇਦਾਰ? ਸੋ ਕਿਹੜਾ ਉੱਤਰ ਹੋ ਸਕਦਾ ਹੈ ਇਹਨਾਂ ਵਿੱਚੋਂ? ਉੱਤਰ ਹੈ ਬਰਾਬਰ ਦਾ ਹੱਕ ਰੱਖਣ ਵਾਲਾ। ਸੋ ਅਗਲਾ ਪ੍ਰਸ਼ਨ, ਜਦੋਂ ਕਿਸੇ ਦੇ ਸਿਰ ਤੇ ਜ਼ਿੰਮੇਵਾਰੀ ਨਾ ਹੋਵੇ ਤਾਂ ਉਸ ਲਈ ਕਿਹੜਾ ਅਖਾਣ ਵਰਤਿਆ ਜਾਂਦਾ ਹੈ? ਡਿੱਗੀ ਖੋਤੇ ਤੋਂ, ਗੁੱਸਾ ਘੁਮਿਆਰ ਤੇ, ਦਾਲ ਵਿੱਚ ਕੁਝ ਕਾਲਾ ਹੋਣਾ, ਗਾਂ ਨਾ ਵੱਛੀ ਤੇ ਨੀਂਦਰ ਆਵੇ ਅੱਛੀ, ਘਰ ਦੀ ਮੁਰਗੀ ਦਾਲ ਬਰਾਬਰ। ਸੋ ਇਹਨਾਂ ਵਿੱਚੋਂ ਕਿਹੜਾ ਅਖਾਣ ਠੀਕ ਹੈ? ਸੋ ਇਸ ਦਾ ਉੱਤਰ ਹੈ ਗਾਂ ਨਾ ਵੱਛੀ ਤੇ ਨੀਂਦਰ ਆਵੇ ਅੱਛੀ। ਲੋਹੜੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ? ਨਵਾਂ ਸਾਲ ਸ਼ੁਰੂ ਹੋਣ ਕਰਕੇ, ਅੱਗ ਸੇਕਣ ਲਈ, ਫਸਲ ਪੱਕਣ ਕਰਕੇ ਜਾਂ ਨਵੇਂ ਜੀਅ ਦੀ ਆਮਦ ਦੀ ਖੁਸ਼ੀ ਸਾਂਝੀ ਕਰਨ ਕਰਕੇ? ਸੋ ਇਹਨਾਂ ਵਿੱਚੋਂ ਲੋਹੜੀ ਦਾ ਤਿਉਹਾਰ ਮਨਾਉਣ ਦਾ ਕਿਹੜਾ ਕਾਰਨ ਹੈ? ਆਓ ਵਿਚਾਰੀਏ। ਇਸ ਦਾ ਉੱਤਰ ਹੈ ਨਵੇਂ ਜੀਅ ਦੀ ਆਮਦ ਦੀ ਖੁਸ਼ੀ ਸਾਂਝੀ ਕਰਨ ਕਰਕੇ। ਸ਼ਬਦ ਦੇ ਕਿਹੜੇ ਰੂਪ ਤੋਂ ਕਿਸੇ ਕੰਮ ਦੇ ਹੋਣ ਦਾ ਪਤਾ ਲੱਗਦਾ ਹੈ? ਨਾਮ, ਕਿਰਿਆ, ਪੜਨਾਮ ਜਾਂ ਵਿਸ਼ੇਸ਼ਣ? ਸੋ ਕੰਮ ਦੇ ਹੋਣ ਦਾ ਪਤਾ ਲਗਾਉਣ ਵਾਲਾ ਸ਼ਬਦ
ਇਹਨਾਂ ਵਿੱਚੋਂ ਕਿਹੜਾ ਹੋ ਸਕਦਾ ਹੈ? ਸੋ ਇਸ ਦਾ ਉੱਤਰ ਹੈ ਕਿਰਿਆ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਬੱਚਿਓ, ਕੀ ਤੁਹਾਨੂੰ ਉਸ ਮੁਗਲ ਬਾਦਸ਼ਾਹ ਦਾ ਪਤਾ ਹੈ ਜਿਸ ਨੇ 1717 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਨੂੰ 3000 ਰੁਪਏ ਸਾਲਾਨਾ ਕਰ ਦੇਣ ਦੇ ਬਦਲੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਬਿਨਾਂ ਕਰ ਦਿੱਤੇ ਵਪਾਰ ਕਰਨ ਦੀ ਰਿਆਇਤ ਦੇ ਦਿੱਤੀ ਸੀ? ਇਹਨਾਂ ਚਾਰਾਂ ਵਿੱਚੋਂ ਕਿਹੜਾ ਹੈ? ਫਰਕਸੀਅਰ, ਅਕਬਰ, ਔਰੰਗਜ਼ੇਬ ਜਾਂ ਸ਼ਾਹਜਹਾਂ, ਜਿਹਨੇ 3000 ਦੇ ਬਦਲੇ ਸੋ ਇਸ ਦਾ ਉੱਤਰ ਹੈ ਫਰਕਸੀਅਰ। ਕਿਸ ਐਕਟ ਅਨੁਸਾਰ ਕਾਰਜਪਾਲਿਕਾ ਤੋਂ ਅਲੱਗ ਵਿਧਾਨ ਪਾਲਿਕਾ ਦੀ ਸਥਾਪਨਾ ਕੀਤੀ ਗਈ ਜਿਸ ਦੇ ਕੁੱਲ 12 ਮੈਂਬਰ ਸਨ? ਇਸ ਐਕਟ ਅਨੁਸਾਰ ਕੰਪਨੀ ਦੇ ਪ੍ਰਬੰਧ ਵਿੱਚ ਕੇਂਦਰੀ ਸਰਕਾਰ ਦੀ ਦਖਲਅੰਦਾਜ਼ੀ ਵੱਧ ਗਈ। ਹੁਣ ਉਹ ਕਦੀ ਵੀ ਕੰਪਨੀ ਤੋਂ ਭਾਰਤ ਦਾ ਸ਼ਾਸਨ ਆਪਣੇ ਹੱਥਾਂ ਵਿੱਚ ਲੈ ਸਕਦੀ ਸੀ। ਚਾਰਟਰ ਐਕਟ 1853 ਈਸਵੀ। ਅੱਗੇ 3 ਆਪਸ਼ਨਸ ਹੋਰ ਨੇ, ਤੁਸੀਂ ਚੁਣ ਸਕਦੇ ਹੋ ਇਹਨਾਂ ਵਿੱਚੋਂ ਕਿਹੜੀ ਆਪਸ਼ਨ ਹੋਏਗੀ। ਪਿਟਸ ਇੰਡੀਆ ਐਕਟ 1784 ਈਸਵੀ, ਚਾਰਟਰ ਐਕਟ 1853 ਈਸਵੀ, ਇਹਦਾ ਉੱਤਰ ਹੈ। ਸੋ ਅਗਲਾ ਪ੍ਰਸ਼ਨ, ਉਹ ਕਿਹੜਾ ਕਾਨੂੰਨ ਸੀ ਜਿਸ ਅਨੁਸਾਰ ਜ਼ਮੀਂਦਾਰ ਜੇਕਰ ਹਰੇਕ ਸਾਲ 31 ਮਾਰਚ ਨੂੰ ਭੂਮੀ ਕਰ ਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਉਂਦਾ ਸੀ ਤਾਂ ਉਸ ਦੀ ਭੂਮੀ ਹੋਰ ਜ਼ਿਮੀਂਦਾਰ ਨੂੰ ਵੇਚ ਦਿੱਤੀ ਜਾਂਦੀ ਸੀ? ਵਿਕਰੀ ਕਾਨੂੰਨ, ਸਥਾਈ ਕਾਨੂੰਨ, ਉਪਰੋਕਤ ਦੋਨੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਸੋ ਕਿਹੜਾ ਕਾਨੂੰਨ ਸੀ ਉਹ? ਆਓ ਵਿਚਾਰੀਏ। ਇਹਨਾਂ ਚਾਰ ਆਪਸ਼ਨ ਵਿੱਚੋਂ ਸੋਚੀਏ। ਸੋ ਉੱਤਰ ਹੈ ਸਥਾਈ ਕਾਨੂੰਨ। ਅਗਲਾ ਪ੍ਰਸ਼ਨ, ਤੁਸੀਂ ਪੜ੍ਹ ਚੁੱਕੇ ਹੋ ਕਿ ਭਾਰਤ ਵਿੱਚ ਤਿਆਰ ਕੀਤੀਆਂ ਵਸਤੂਆਂ ਦਾ ਮੁੱਲ ਵੱਧ ਹੁੰਦਾ ਸੀ, ਦੂਸਰੇ ਪਾਸੇ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਦੀ ਕੀਮਤ ਘੱਟ ਹੁੰਦੀ ਸੀ। ਲੋਕ ਮਸ਼ੀਨਾਂ ਦੁਆਰਾ ਤਿਆਰ ਕੀਤੀਆਂ ਵਸਤਾਂ ਨੂੰ ਜ਼ਿਆਦਾ ਪਸੰਦ ਕਰਦੇ ਸਨ। ਇਸ ਕਾਰਨ ਭਾਰਤ ਦੇ ਕਿਹੜੇ ਉਦਯੋਗ ਦਾ ਪਤਨ ਸ਼ੁਰੂ ਹੋ ਗਿਆ? ਕੱਪੜਾ ਉਦਯੋਗਾਂ ਦਾ, ਭਾਰੇ ਉਦਯੋਗਾਂ ਦਾ, ਲਘੂ ਉਦਯੋਗਾਂ ਦਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਸੋ ਕਿਹੜੇ ਉਦਯੋਗਾਂ ਦਾ ਪਤਨ ਸ਼ੁਰੂ ਹੋ ਗਿਆ ਸੀਗਾ? ਸੋ ਉੱਤਰ ਹੈ ਲਘੂ ਉਦਯੋਗਾਂ ਦਾ। ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਆਖਰੀ ਪ੍ਰਸ਼ਨ, ਸਦੀਆਂ ਤੋਂ ਛੂਤ ਛਾਤ ਇੱਕ ਕੁਰੀਤੀ ਰਹੀ ਹੈ। ਬਹੁਤ ਸਾਰੀਆਂ ਜਾਤੀਆਂ ਨੂੰ ਘਟੀਆ ਸਮਝਿਆ ਜਾਂਦਾ ਸੀ। ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਛੂਤ ਛਾਤ ਦੀ ਸਮਾਜਿਕ ਬੁਰਾਈ ਖਤਮ ਕਰ ਦਿੱਤੀ ਗਈ ਹੈ? ਧਾਰਾ 15, 16, 17 ਜਾਂ ਧਾਰਾ 18? ਇਸ ਦਾ ਉੱਤਰ ਹੈ ਧਾਰਾ 17। ਸੋ ਇਹ ਸੀ ਅੱਜ ਦੇ ਕੁਇਜ਼ ਦਾ ਹੱਲ। ਸੋ ਇਹੋ ਜਿਹੀਆਂ ਵੀਡੀਓ ਲੈ ਕੇ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਧੰਨਵਾਦ, ਸ਼ੁਕਰੀਆ।